ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਸਿੱਧੂ ਹਸਪਤਾਲ ਦੋਰਾਹਾ। ਅਸੀਂ ਗੱਲਬਾਤ ਕਰਾਂਗੇ ਡਾਕਟਰ ਗੁਰਸਰਨ ਸਿੱਧੂ ਜੀ ਦੇ ਨਾਲ। ਡਾਕਟਰ ਗੁਰਸਰਨ ਸਿੱਧੂ ਜੀ ਸਮੇਂ-ਸਮੇਂ ਤੇ ਪੰਜਾਬ ਪਲੱਸ ਦੇ ਦਰਸ਼ਕਾਂ ਨਾਲ ਹੈਲਥ ਟਿਪਸ ਸਾਂਝੇ ਕਰਦੇ ਰਹਿੰਦੇ ਨੇ ਤੇ ਉਹਨਾਂ ਨੂੰ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਵੀ ਦੱਸਦੇ ਰਹਿੰਦੇ ਨੇ। ਤੇ ਅੱਜ ਸਾਡੀ ਟੀਮ ਨੇ ਡਾਕਟਰ ਗੁਰਸਰਨ ਸਿੱਧੂ ਜੀ ਨਾਲ ਗੱਲਬਾਤ ਕੀਤੀ। ਡਾਕਟਰ ਗੁਰਸਰਨ ਸਿੱਧੂ ਜੀ ਨੇ ਕਿਹਾ ਕਿ ਕਰੋਨਾ ਦੀ ਸੈਕਿੰਡ ਵੇਵ ਹੌਲੀ-ਹੌਲੀ ਥੰਮ ਰਹੀ ਹੈ। ਤੀਸਰੀ ਵੇਵ ਦਾ ਖਤਰਾ ਹਾਲੇ ਵੀ ਸਿਰ ਤੇ ਮੰਡਰਾ ਰਿਹਾ ਹੈ। ਇਸ ਕਰਕੇ ਆਮ ਜਨਤਾ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵੈਕਸੀਨ ਲਗਵਾ ਲੈਣ। ਇਹ ਬੇहद ਜ਼ਰੂਰੀ ਹੈ ਔਰ ख़ास तौर ਤੇ ਮਾਸਕ ਪਹਿਨਣਾ ਬਿਲਕੁਲ ਨਾ ਛੱਡਣ। ਮਾਸਕ ਪਹਿਨ ਕੇ ਰੱਖਣ, ਇਹ ਉਹਨਾਂ ਨੂੰ ਸੁਰੱਖਿਅਤ ਰੱਖਣ ਲਈ ਬੇहद ਜ਼ਰੂਰੀ ਹੈ। ਆਓ ਕਰਦੇ ਹਾਂ ਗੱਲਬਾਤ ਡਾਕਟਰ ਗੁਰਸਰਨ ਸਿੱਧੂ ਜੀ ਦੇ ਨਾਲ। ਦਰਸ਼ਕੋ ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਗੁਰਸਰਨ ਸਿੱਧੂ ਜੀ ਦੇ ਨਾਲ, ਜੋ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ ਸਿੱਧੂ ਹਸਪੀਟਲ ਦੋਰਾਹਾ ਵਿਖੇ। ਡਾਕਟਰ ਸਾਹਿਬ, ਕਰੋਨਾ ਦਾ ਜਿਹੜਾ ਹੈਗਾ ਐਪੀਡੈਮਿਕ ਘਟਿਆ ਅੱਗੇ ਨਾਲੋਂ, ਔਰ ਲੋਕ ਜਿਹੜੇ ਹੈਗੇ ਆ ਠੀਕ ਹੋਣ ਦਾ ਜਿਹੜਾ ਹੈਗਾ ਸਿਲਸਿਲਾ ਚਾਲੂ ਹੋ ਚੁੱਕਿਆ। ਪਰ ਕਿਉਂਕਿ ਕਰੋਨਾ ਦੇ ਵਿੱਚ ਜਿਹੜੇ ਪੇਸ਼ੈਂਟਸ ਨੂੰ ਕਰੋਨਾ ਹੋਇਆ ਸੀਗਾ, ਉਹਨਾਂ ਨੂੰ ਕੋਈ ਐਮਰਜੈਂਸੀਆਂ 'ਚ ਨਹੀਂ ਜਾਣਾ ਪਿਆ। ਉਹਨਾਂ ਦੇ ਮਨ ਦੇ ਵਿੱਚ ਡਰ ਜਿਹੜਾ ਹੈਗਾ, ਕਿਉਂਕਿ ਕੋਈ ਨਾ ਕੋਈ ਜਦੋਂ ਸੋਸ਼ਲ ਮੀਡੀਆ 'ਤੇ ਕੋਈ ਚੀਜ਼ ਪੈ ਜਾਂਦੀ ਹੈ ਜਾਂ ਹੋਰ ਹੋ ਜਾਂਦੀ ਆ, ਤਾਂ ਉਹਨਾਂ ਦੇ ਮਨ ਜਿਹੜੇ ਹੈਗੇ ਬੜੇ ਉਹਨਾਂ ਨੂੰ ਆਪਣੇ ਆਪ 'ਤੇ ਇੰਟੈਂਗਾ ਮਤਲਬ ਧਾਰਨ ਕਰਨ ਲੱਗ ਜਾਂਦੇ ਉਹ ਚੀਜ਼ਾਂ, ਤੇ ਬੜੇ ਉਹਨਾਂ ਨੂੰ ਮਤਲਬ ਪਰੇਸ਼ਾਨੀਆਂ ਲੱਗਦੀਆਂ ਵੀ ਪਤਾ ਨਹੀਂ ਸਾਨੂੰ ਕੀ ਹੋ ਜਾਊਗਾ। ਕੀ ਕਹਿਣਾ ਚਾਹੋਗੇ? ਰਾਈਟ, ਥੈਂਕ ਯੂ ਰਿਚੀ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਸੀਂ ਇਸ ਦੌਰ 'ਚੋਂ ਹੁਣ ਗੁਜ਼ਰ ਰਹੇ ਹਾਂ ਕਿ ਜਿਹੜੀ ਸੈਕਿੰਡ ਵੇਵ ਹੈ ਉਹ ਨੀਚੇ ਆ ਚੁੱਕੀ ਹੈ, ਅਤੇ ਇਹ ਅਜੀਬ ਹੈ। ਪੈਂਡੈਮਿਕ ਦੀ ਜਿਹੜੀ ਕੁਦਰਤ ਦੇ ਨਾਲ ਜਿਸ ਤਰ੍ਹਾਂ ਚੱਲਦੀ ਹੈ, ਜਿਵੇਂ ਸਮੁੰਦਰ 'ਚ ਲਹਿਰਾਂ ਆਉਂਦੀਆਂ, ਇਸੇ ਤਰ੍ਹਾਂ ਇਹਨਾਂ ਨੂੰ ਵੀ ਤਾਂ ਹੀ ਵੇਵਸ ਕਹਿੰਦੇ ਨੇ ਕਿ ਇਹ ਵੀ ਫਸਟ ਵੇਵ ਆਈ, ਸੈਕਿੰਡ ਵੇਵ ਆਈ, ਅਤੇ ਕਿਸੇ ਜਗ੍ਹਾ 'ਤੇ ਬਾਕੀ ਕੰਟਰੀਜ਼ ਦੇ ਵਿੱਚ ਥਰਡ ਔਰ ਫੋਰਥ ਵੇਵਸ ਵੀ ਆ ਚੁੱਕੀਆਂ ਨੇ। ਅਤੇ ਇਹਦੇ ਕਈ ਵਜ੍ਹਾ ਨੇ। ਅਸੀਂ ਜ਼ਰੂਰ ਕਹਿੰਦੇ ਹਾਂ ਕਿ ਮਾਸਕ ਲੋਕਾਂ ਨੇ ਨਹੀਂ ਪਾਏ ਜਾਂ ਲੋਕਾਂ ਨੇ ਖਿਆਲ ਨਹੀਂ ਰੱਖਿਆ, ਪਰ ਇਸ ਤੋਂ ਇਲਾਵਾ ਵੀ ਕੁਝ ਹੋਰ ਵੀ ਹੈ ਜਿਹੜਾ ਇਹ ਵੇਵ ਇਸੇ ਤਰ੍ਹਾਂ ਆਉਂਦੀਆਂ ਨੇ ਔਰ ਆਪਣੇ ਆਪ ਹੀ ਵੇਵਸ ਜਿਹੜੀਆਂ ਨੇ ਚੱਲੀਆਂ ਜਾਂਦੀਆਂ ਨੇ। ਤਾਂ ਹੁਣ ਜਿਹੜਾ ਇੰਸੀਡੈਂਸ ਹੈਗਾ ਬਹੁਤ ਘਟ ਗਿਆ ਹੈਗਾ। ਅਸੀਂ ਵੀ ਆਪਣੇ ਜਿਹੜੇ ਸਾਡੇ ਕੋਵਿਡ ਏਰੀਆ ਸੀ ਸਾਰੇ ਅਸੀਂ ਨਾਨ ਕੋਵਿਡ ਕਰ ਲਏ ਨੇ, ਅਤੇ ਨੋਰਮਲ ਰੈਗੂਲਰ ਤਰੀਕੇ ਦੇ ਨਾਲ ਪੇਸ਼ੈਂਟਸ ਜਿਹੜੇ ਨੇ ਆ ਜਾ ਰਹੇ ਨੇ ਹੁਣ, ਕਿਉਂਕਿ ਕੋਵਿਡ ਦਾ ਹੁਣ ਇਸ ਵੇਲੇ ਬਹੁਤ ਘੱਟ ਹੈ। ਜਿਹੜੇ ਪੇਸ਼ੈਂਟਸ ਆਲਰੇਡੀ ਸਿੱਕ ਦਾਖਲ ਸੀਗੇ ਉਹ ਪੇਸ਼ੈਂਟ ਨੇ, ਜਾਂ ਕੋਈ ਟਾਵਾਂ ਪੇਸ਼ੈਂਟਸ ਜਿਹੜੇ ਨੇ ਉਹ ਦਾਖਲ ਹੋ ਰਹੇ ਨੇ ਵਿੱਚ, ਜਿਨ੍ਹਾਂ ਨੂੰ ਲੋੜ ਪੈ ਰਹੀ ਹੈਗੀ। ਸੋ ਜਿਹੜੇ ਪੇਸ਼ੈਂਟ ਸਿੱਕ ਸੀ, ਵੈਂਟੀਲੇਟਰ 'ਤੇ ਸੀ, ਉਹ ਟਾਈਮ ਲੈ ਰਹੇ ਨੇ ਠੀਕ ਹੋਣ ਵਾਸਤੇ, ਉਹਨਾਂ ਨੂੰ ਜ਼ਿਆਦਾ ਟਾਈਮ ਲੱਗ ਰਿਹਾ। ਦੇਖੋ, ਮਿਲੀਅਨਸ ਲੋਕ, ਹਜ਼ਾਰਾਂ ਹੀ ਲੋਕ ਜਿਹੜੇ ਨੇ ਕੋਵਿਡ ਦੇ ਵਿੱਚੋਂ ਠੀਕ ਹੋ ਕੇ ਆਪਣੇ ਘਰ ਪਹੁੰਚੇ ਨੇ। ਔਰ ਇਹ ਬਹੁਤ ਵੱਡੀ ਚੀਜ਼ ਹੈ ਕਿ ਜਿੱਥੇ ਮੋਰਟੈਲਿਟੀਜ਼ ਵੀ ਹੋਈਆਂ ਨੇ, ਉੱਥੇ ਹਜ਼ਾਰਾਂ ਲੱਖਾਂ ਲੋਕੀ ਠੀਕ ਵੀ ਹੋਏ ਨੇ, ਔਰ ਪਰਮਾਤਮਾ ਦੇ ਇਸ ਲਈ ਬੜਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਔਰ ਪਰ ਹੁਣ ਕੀ ਹੋ ਰਿਹਾ ਕਿ ਜਦੋਂ ਉਹ ਘਰ ਵੀ ਗਏ ਨੇ, ਉਹਨਾਂ ਨੂੰ ਹਰੇ ਵੀ ਮਾਈਲਡ ਟੂ ਮੋਡਰੇਟ ਕੋਈ ਨਾ ਕੋਈ ਦਿੱਕਤਾਂ ਆ ਰਹੀਆਂ ਨੇ। ਅਸੀਂ ਉਹਨਾਂ ਨੂੰ ਹੁਣ ਕੀ ਗਾਈਡ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਇਹਨਾਂ ਦਿੱਕਤਾਂ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ ਹੈ। ਰਾਈਟ ਨਾਓ ਅਸੀਂ ਇਸੇ ਫੇਜ਼ 'ਚ ਹਾਂ ਕਿ ਆਪਾਂ ਹੁਣ ਤਿਆਰੀ ਕਰ ਸਕਦੇ ਹਾਂ। ਇਹ ਜਿਹੜੇ ਪੇਸ਼ੈਂਟਸ ਮਾਈਲਡ ਟੂ ਮੋਡਰੇਟ ਸਿੰਪਟਮਸ ਵਾਲੇ ਪੇਸ਼ੈਂਟਸ ਨੇ, ਉਹਨਾਂ ਨੂੰ ਸੰਭਾਲਣ ਵਾਸਤੇ, ਉਹਨਾਂ ਨੂੰ ਅਵੇਅਰ ਕਰਾਉਣ ਵਾਸਤੇ ਤਿਆਰੀ ਕਰ ਸਕਦੇ ਹਾਂ। ਵੈਕਸੀਨੇਸ਼ਨ ਕਰੀਏ ਇੰਨੀ ਕਿ ਆਪਾਂ ਥਰਡ ਵੇਵ ਤੋਂ ਬਚੇ ਰਹੀਏ। ਸੋ ਦੋ ਚੀਜ਼ਾਂ ਅਸੀਂ ਸੈਕਿੰਡ ਵੇਵ ਦੇ ਵਿੱਚ ਦੇਖੀਆਂ ਕਿ ਜਿਹੜੇ ਪੇਸ਼ੈਂਟਸ ਵੈਕਸੀਨੇਟ ਹੋਏ ਸੀਗੇ ਉਹ ਅਸੀਂ ਨੋਟ ਕੀਤੇ। ਉਹ ਪੇਸ਼ੈਂਟਸ ਇਹ ਨਹੀਂ ਕਿ ਉਹਨਾਂ ਨੂੰ ਕਰੋਨਾ ਨਹੀਂ ਹੋਇਆ, ਉਹਨਾਂ ਨੂੰ ਹੋਇਆ ਕਰੋਨਾ, ਕਿਉਂਕਿ ਕਰੋਨਾ ਹੋਇਆ ਹਵਾ ਦੇ ਵਿੱਚੋਂ, ਨੱਕ 'ਚੋਂ ਔਰ ਆਪਣੇ ਗਲੇ ਦੇ ਸਿੰਪਟਮਸ 'ਚੋਂ। ਪਰ ਜਦੋਂ ਉਹਨਾਂ ਦੀ ਬਾਡੀ ਦੇ ਅੰਦਰ ਕਰੋਨਾ ਗਿਆ ਹੈ, ਉਦੋਂ ਉਹਨਾਂ ਦੀ ਬਾਡੀ ਦੇ ਵਿੱਚ ਇਮਿਊਨਿਟੀ ਇੰਨੀ ਆ ਚੁੱਕੀ ਸੀ ਵੈਕਸੀਨੇਸ਼ਨ ਦੀ ਵਜ੍ਹਾ ਦੇ ਨਾਲ ਕਿ ਉਹਨਾਂ ਨੂੰ ਉਹ ਬਿਮਾਰੀ ਨਾਲ ਲੜ ਸਕੇ ਔਰ ਠੀਕ ਹੋ ਕੇ ਉਹ ਘਰੇ ਜਾ ਸਕੇ। ਬਹੁਤ ਸਾਰੇ ਪੇਸ਼ੈਂਟਸ ਨੂੰ ਹੌਸਪੀਟਲਾਈਜੇਸ਼ਨ ਨਹੀਂ ਕਰਨੀ ਪਈ, ਉਹਨਾਂ ਨੂੰ ਅਸੀਂ ਘਰੇ ਹੀ ਦਵਾਈਆਂ ਦਿੱਤੀਆਂ, ਉਹ ਘਰੇ ਹੀ ਠੀਕ ਹੋ ਗਏ। ਕੁਝ ਪੇਸ਼ੈਂਟਸ ਜਿਨ੍ਹਾਂ ਦੀ ਆਕਸੀਜਨ ਘਟੀ ਇਨਸਪਾਈਟ ਆਫ ਵੈਕਸੀਨੇਸ਼ਨ, ਉਹਨਾਂ ਨੂੰ ਕੁਝ ਦੇਰ ਲਈ ਦਾਖਲ ਹੋਣਾ ਪਿਆ, ਪਰ ਉਹ ਵੀ ਬਹੁਤ ਜਲਦੀ ਪੇਸ਼ੈਂਟਸ ਠੀਕ ਹੋ ਕੇ ਘਰ ਨੂੰ ਚਲੇ ਗਏ। ਸੋ ਇਹ ਬਹੁਤ ਵੱਡੀ ਇਹ ਚੀਜ਼ ਸਾਨੂੰ ਦੇਖਣ ਨੂੰ ਆਈ ਕਿ ਇਸ ਵੈਕਸੀਨੇਸ਼ਨ ਨੇ ਬਹੁਤ ਪ੍ਰੋਟੈਕਸ਼ਨ ਦਿੱਤੀ। ਸੋ ਇਸ ਲਈ ਇਹਦਾ ਨਤੀਜਾ ਆਪਾਂ ਇਹ ਜਾਣੀਏ ਕਿ ਆਪਾਂ ਨੂੰ ਵੈਕਸੀਨੇਸ਼ਨ ਕਰਨ ਦਾ ਬਹੁਤ ਫਾਇਦਾ ਹੋਇਆ।
ਔਰ ਇਹ ਆਪਣੇ ਕੋਲ ਹੁਣ ਟਾਈਮ ਹੈ, ਕਿਉਂਕਿ ਇਸ ਵੇਲੇ ਵੇਵ ਥੱਲੇ ਗਈ ਹੋਈ ਹੈ। ਇਹ ਆਪਣੇ ਕੋਲੇ ਗੁੱਡ ਟਾਈਮ ਹੈ ਕਿ ਜਿੰਨੇ ਤਾਈਂ ਆਪਾਂ ਨੂੰ ਹਲੇ ਪਰਮਾਤਮਾ ਨਾ ਕਰੇ, ਪਰ ਜਿੱਦਾਂ ਦੀ ਪ੍ਰੈਡਿਕਸ਼ਨ ਹੈ ਕਿ ਤੀਸਰੀ ਵੇਵ ਆਊਗੀ, ਔਰ ਉਸ ਦਾ ਟਾਈਮ ਅਗਸਤ ਸਤੰਬਰ ਦੇ ਵਿੱਚ ਇਸ ਤਰ੍ਹਾਂ ਦਿੱਤਾ ਗਿਆ ਹੈ। ਔਰ ਇਹ ਆਪਾਂ ਉਸ ਤੋਂ ਪਹਿਲਾਂ ਵੈਕਸੀਨੇਸ਼ਨ ਜ਼ਰੂਰ ਕਰ ਲਈਏ, ਬਹੁਤ ਵੱਡੇ ਤੌਰ ਤੇ ਵੈਕਸੀਨੇਸ਼ਨ ਕਰ ਲਈਏ, ਤਾਂ ਕਿ ਉਹਦੇ ਨਾਲ ਆਪਾਂ ਨੂੰ ਇਹਦੀ ਪ੍ਰੋਟੈਕਸ਼ਨ ਮਿਲ ਸਕੇ। ਜਿੱਥੋਂ ਤੱਕ ਗੱਲ ਰਹੀ ਕਿ ਜਿਹੜੇ ਪੇਸ਼ੈਂਟ ਰਾਜੀ ਹੋ ਕੇ ਹੁਣ ਘਰਾਂ ਨੂੰ ਚਲੇ ਗਏ ਨੇ, ਉਹ ਪੇਸ਼ੈਂਟ ਵੀ ਮੁੜ ਕੇ ਆ ਰਹੇ ਨੇ। ਉਹਨਾਂ ਨੂੰ ਕੁਝ ਸਾਨੂੰ ਕੀ ਦੇਖਣ ਨੂੰ ਮਿਲਦਾ ਹੈ ਕਿ ਉਹਨਾਂ ਨੂੰ ਕਈਆਂ ਨੂੰ ਬਹੁਤ ਮਾਈਲਡ ਸਿੰਪਟਮਸ ਨੇ, ਕਈਆਂ ਨੂੰ ਫਿਜ਼ੀਕਲ ਇਸ਼ੂਜ਼ ਨੇ, ਕਈਆਂ ਨੂੰ ਮੈਂਟਲ ਹੈਲਥ ਇਸ਼ੂਜ਼ ਨੇ। ਪੇਸ਼ੈਂਟਸ ਤੋਂ ਇਲਾਵਾ ਜਿਹੜੇ ਪੇਸ਼ੈਂਟ ਘਰੇ ਉਹਨਾਂ ਨੂੰ ਸੰਭਾਲਦੇ ਨੇ, ਉਹਨਾਂ ਦੇ ਘਰ ਵਾਲੇ ਨੇ, ਉਹ ਵੀ ਬਹੁਤ ਡਰੇ ਹੋਏ ਨੇ, ਬਹੁਤ ਸਹਿਮੇ ਹੋਏ ਨੇ ਕਿ ਪਤਾ ਨਹੀਂ ਕੀ ਹੋ ਜਾਣਾ ਹੈ। ਸੋ ਇਹ ਔਰ ਬਹੁਤ ਸਾਰੀਆਂ ਜਿਹੜੀ ਸੈਕਿੰਡ ਟਰਮ ਦੇ ਵਿੱਚ ਜਿਹੜੀਆਂ ਮੋਰਟੈਲਿਟੀਜ਼ ਹੋਈਆਂ, ਉਹ ਇਸ ਲਈ ਹੋਈਆਂ ਕਿ ਪੇਸ਼ੈਂਟ ਆਏ ਡਰਦੇ ਬਹੁਤ ਸੀ, ਡਰ ਦੀ ਵਜ੍ਹਾ ਦੇ ਨਾਲ ਘਰੇ ਬੈਠੇ ਰਹਿੰਦੇ ਸੀ, ਸੋਚਦੇ ਸੀ ਪਤਾ ਨਹੀਂ ਕੀ ਹੋ ਜਾਣਾ, ਤੇ ਉਹਨਾਂ ਨੂੰ ਲੱਗਦਾ ਸੀ ਜੇ ਹਸਪੀਟਲ ਜਾਵਾਂਗੇ ਤਾਂ ਪਤਾ ਨਹੀਂ ਕੀ ਹੋ ਜਾਣਾ। ਸੋ ਅਸੀਂ ਇਹ ਦੇਖਿਆ ਕਿ ਜਿਹੜੇ ਪੇਸ਼ੈਂਟ ਸਾਡੇ ਕੋਲੇ ਬਹੁਤ ਦੇਰ ਨਾਲ ਪਹੁੰਚੇ, ਲੇਟ ਪਹੁੰਚੇ, ਆਪਣੀ ਬਿਮਾਰੀ ਨੂੰ ਪਹਿਲਾਂ ਹੀ ਇਹ ਸੋਚਦੇ ਰਹੇ ਕਿ ਪਤਾ ਨਹੀਂ ਕੀ ਹੋ ਜਾਣਾ ਹੈ, ਮੈਨੂੰ ਕਰੋਨਾ ਕਿਵੇਂ ਹੋ ਗਿਆ, ਨਹੀਂ ਹੋ ਸਕਦਾ, ਔਰ ਟੈਸਟ ਹੀ ਨਹੀਂ ਕਰਾਉਣਾ ਡਰ ਦੇ ਮਾਰੇ, ਉਹ ਜਦੋਂ ਲੇਟ ਪਹੁੰਚੇ ਫਿਰ ਉੱਥੇ ਨੁਕਸਾਨ ਹੋਇਆ। ਸੋ ਇੱਕ ਪਹਿਲੀ ਗੱਲ ਇਹ ਹੈ ਕਿ ਕਿਸੇ ਵੀ ਚੀਜ਼ ਤੋਂ ਡਰ ਕੇ ਤਾਂ ਉਹਦਾ ਇਲਾਜ ਹੋ ਹੀ ਨਹੀਂ ਸਕਦਾ। ਨਾ ਸਹਿਮੋ ਨਾ ਡਰੋ, ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਆਪਾਂ ਡਾਕਟਰ ਕੋਲ ਪਹੁੰਚੀਏ। ਡਾਕਟਰ ਤੁਹਾਡੀ ਸਲਾਹ ਦੇਣ ਲਈ ਬੈਠੇ ਨੇ, ਤੁਹਾਨੂੰ ਠੀਕ ਕਰਨ ਲਈ ਬੈਠੇ ਨੇ, ਤੁਹਾਨੂੰ ਰਾਜੀ ਕਰਨ ਲਈ ਬੈਠੇ ਨੇ। ਸੋ ਉਹ ਜੇ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਹੈ ਤਾਂ ਆਪਾਂ ਉਹਨੂੰ, ਜਿਵੇਂ ਕਹਿੰਦੇ ਨਾ, ਨਿਪ ਦ ਈਵਲ ਇਨ ਦ ਬਡ, ਉਹਨੂੰ ਸ਼ੁਰੂ ਤੋਂ ਹੀ ਉਹਦੇ ਤੇ ਗੌਰ ਕਰਕੇ, ਔਰ ਹੋ ਸਕਦਾ ਹੈ ਜੇ ਆਪਾਂ ਇੰਨੀ ਸ਼ੁਰੂ ਤੋਂ ਆਪਾਂ ਟ੍ਰੀਟਮੈਂਟ ਲੈਂਦੇ ਹਾਂ, ਆਪਾਂ ਨੂੰ ਗਾਈਡੈਂਸ ਨਾਲ ਮਿਲਦੀ ਹੈ, ਆਪਾਂ ਟੈਸਟ ਵੀ ਟਾਈਮ ਸਿਰ ਕਰਾ ਲੈਂਦੇ ਹਾਂ, ਤੇ ਫਿਰ ਆਪਾਂ ਨੂੰ ਕੋਈ ਦਾਖਲ ਵੀ ਹੋਣ ਦੀ ਲੋੜ ਨਹੀਂ ਪੈਂਦੀ, ਤੇ ਸਾਰੀ ਪ੍ਰੋਬਲਮ ਜਲਦੀ ਹੀ ਸੋਲਵ ਹੋ ਜਾਂਦੀ ਹੈ। ਅਗਰ ਲੋੜ ਪੈਂਦੀ ਵੀ ਹੈ ਤਾਂ ਆਪਾਂ ਅਰਲੀ ਟ੍ਰੀਟਮੈਂਟ ਨਾਲ ਡੈਫੀਨੇਟਲੀ ਫਾਇਦਾ ਹੁੰਦਾ ਹੀ ਹੁੰਦਾ ਹੈ, ਬਜਾਏ ਕਿ ਜਦੋਂ ਆਪਾਂ ਇੰਨੀ ਆਕਸੀਜਨ ਘਟੇ ਉਦੋਂ ਆਪਾਂ ਲੱਭਦੇ ਫਿਰਦੇ ਹਾਂ ਜੀ, ਬੈੱਡ ਲੱਭਦੇ ਫਿਰਦੇ ਹਾਂ, ਉਹ ਕੰਡੀਸ਼ਨਸ ਦੇ ਵਿੱਚ ਤਾਂ ਬੜਾ ਮੁਸ਼ਕਿਲ ਹੁੰਦਾ ਹੈ। ਇਟ ਇਜ਼ ਵੈਰੀ ਡਿਫਿਕਲਟ ਟੂ ਸੇਵ ਪੇਸ਼ੈਂਟਸ ਲਾਈਫ। ਬਟ ਨਾਓ ਇਜ਼ ਅ ਗੁੱਡ ਟਾਈਮ ਟੂ ਗੈਟ ਵੈਕਸੀਨੇਟਿਡ। ਜਿਨ੍ਹਾਂ ਨੂੰ ਮਾਈਲਡ ਸਿੰਪਟਮਸ, ਕਈ ਪੇਸ਼ੈਂਟਸ ਹੁਣ ਜਿਹੜੇ ਸਾਡੇ ਕੋਲ ਰਾਜੀ ਹੋ ਕੇ ਗਏ, ਹੁਣ ਸਿਰਫ ਉਹੀ ਪੇਸ਼ੈਂਟਸ ਆ ਕੇ ਫਿਰ ਉਹਨਾਂ ਨੇ ਉਹ ਰਿਕਵਰੀ 'ਚ ਆ ਕੇ ਦੱਸਦੇ ਨੇ। ਸੋ ਕਿਹੋ ਜਿਹੇ ਸਿੰਪਟਮਸ ਹੋ ਰਹੇ ਪੇਸ਼ੈਂਟ ਨੂੰ, ਕਈਆਂ ਨੂੰ ਥੋੜ੍ਹਾ ਬੁਖਾਰ ਵੀ ਦੁਬਾਰਾ ਹੋ ਰਿਹਾ, ਔਰ ਉਹ ਬੁਖਾਰ ਨੂੰ ਵੀ ਟ੍ਰੀਟ ਕਰਨਾ ਬੜਾ ਜ਼ਰੂਰੀ ਹੈ, ਨਹੀਂ ਉਹ ਬਿਮਾਰੀ ਜਿਹੜੀ ਹੈ ਲੰਬੀ ਚੱਲਦੀ ਹੈ। ਔਰ ਕਈਆਂ ਨੂੰ ਸਾਹ ਬਹੁਤ ਚੜ੍ਹ ਰਿਹਾ, ਸੋ ਉਹ ਕਹਿੰਦੇ ਕਿ ਇਹਦੇ ਲਈ ਸਲਾਹ ਇਹ ਦਿੱਤੀ ਜਾਂਦੀ ਹੈ ਕਿ ਤੁਸੀਂ ਰਿਕਵਰੀ ਫੇਜ਼ 'ਚੋਂ, ਤੁਸੀਂ ਰਿਕਵਰੀ ਫੇਜ਼ ਦੇ ਵਿੱਚ ਤੁਸੀਂ ਫਟਾਫਟ ਨਹੀਂ ਕਰਨਾ ਕੁਛ। ਆਪਾਂ ਨੂੰ ਕਾਹਲੀ ਪੈ ਜਾਂਦੀ ਕਿ ਹੁਣ ਤਾਂ ਮੈਂ ਠੀਕ ਹਾਂ, ਬੁਖਾਰ ਵੀ ਹਟ ਗਿਆ, ਹਸਪੀਟਲ 'ਚੋਂ ਵੀ ਆ ਗਏ, ਹੁਣ ਮੈਂ ਠੀਕ ਹਾਂ, ਹੁਣ ਮੈਂ ਫਟਾਫਟ ਸਾਰਾ ਕੁਝ ਕਰ ਲਵਾਂ, ਮੈਂ ਸਾਈਕਲਿੰਗ ਕਰ ਲਵਾਂ, ਮੈਂ ਐਕਸਰਸਾਈਜ਼ ਕਰ ਲਵਾਂ। ਸੋ ਉਹਦੇ ਲਈ ਸਲਾਹ ਇਹ ਹੈ ਕਿ ਸਟੈਪ ਬਾਏ ਸਟੈਪ ਚੱਲੋ। ਆਪਾਂ ਨਾ ਲਿਫਟ ਤੋਂ ਨਾ ਥੱਲੇ ਉਤਰੀਏ, ਆਪਾਂ ਪੌੜੀਆਂ ਤੋਂ ਥੱਲੇ ਹੌਲੀ ਹੌਲੀ ਉਤਰੀਏ, ਆਪਾਂ ਕੰਮ ਸਾਰਾ ਕਰੀਏ, ਪਰ ਆਪਾਂ ਆਪਣੀ ਬੋਡੀ ਨੂੰ ਪੁੱਛੀਏ, ਜੇ ਬੋਡੀ ਨੂੰ ਸਾਹ ਚੜ੍ਹ ਰਿਹਾ ਤਾਂ ਆਪਾਂ ਸਲੋ ਕਰੀਏ ਸਾਰਾ ਕੰਮ। ਆਪਾਂ ਇੱਕ ਕੰਮ ਚਾਰੋਂ ਇਕੱਠੇ ਕੰਮ ਕਰਨ ਦੀ ਕੋਸ਼ਿਸ਼ ਨਾ ਕਰੀਏ, ਬਈ ਮੈਂ ਇੱਧਰੋਂ ਗਿਆ, ਮੈਂ ਸਮਾਨ ਵੀ ਚੱਕ ਲਿਆ, ਮੈਂ ਪੌੜੀਆਂ ਚੜ੍ਹ ਕੇ ਵੀ ਮੈਂ ਸਮਾਨ ਚੱਕ ਕੇ ਮੈਂ ਉੱਥੇ ਫਟਾਫਟ ਆਹ ਕੰਮ ਵੀ ਕਰ ਰਿਹਾ ਆ, ਜਾਂ ਲੇਡੀਜ਼ ਹੈ ਕਿ ਮੈਂ ਫਟਾਫਟ ਸਮਾਨ ਚੱਕਿਆ, ਝਾੜੂ ਚੱਕਿਆ, ਉੱਪਰ ਮੈਂ 2 ਮੰਜ਼ਲਾਂ ਤੋਂ ਉੱਪਰ ਜਾ ਕੇ ਤੇ ਮੈਂ ਕੰਮ ਕਰ ਰਿਹਾ ਹਾਂ। ਸੋ ਉਹਨੂੰ ਆਪਾਂ ਅਵੋਇਡ ਕਰੀਏ, ਮਲਟੀਟਾਸਕਿੰਗ ਨੂੰ। ਆਪਾਂ ਇੱਕ ਕੰਮ ਇੱਕ ਟਾਈਮ 'ਤੇ ਕਰੀਏ, ਔਰ ਜਿੰਨਾ ਬੋਡੀ ਤੁਹਾਡੀ ਚੱਲੇ ਆਪਾਂ ਉਹਦੇ 'ਤੇ ਕਰੀਏ। ਆਪਾਂ ਕਾਹਲੇ ਨਾ ਪਈਏ ਫਿਟਨੈਸ ਵਾਸਤੇ। ਆਪਾਂ ਸਾਹ ਦੀਆਂ ਵਰਜਿਸ਼ਾਂ ਜਿਹੜੀਆਂ ਪ੍ਰਾਣਾਯਾਮ ਹੈ ਜ਼ਰੂਰ ਕਰੀਏ, ਯੋਗਾ ਵੀ ਜ਼ਰੂਰ ਕਰੀਏ, ਐਕਸਰਸਾਈਜ਼ ਆਪਣੀ ਬੋਡੀ, ਜਿੰਨੀ ਤੁਹਾਡੀ ਬੋਡੀ ਬਰਦਾਸ਼ਤ ਕਰੇ ਉਨੀ ਹੀ ਐਕਸਰਸਾਈਜ਼ ਕਰੀਏ ਆਪਾਂ। ਔਰ ਡਾਈਟ ਜਿਹੜੀ ਹੈ ਦੂਸਰੀ ਚੀਜ਼ ਬਹੁਤ ਇੰਪੋਰਟੈਂਟ ਹੈ। ਵਹਿਮੀਆਂ ਵਾਂਗੂ ਨਾ ਹੋ ਜਾਈਏ, ਜੇ ਇਹਨਾਂ ਨੂੰ ਕੁਝ ਦੇਣਾ ਹੈ ਜੀ, ਸੇਬ ਦੇਣਾ ਹੈ ਕਿ ਨਹੀਂ ਦੇਣਾ, ਤੁਸੀਂ ਸਾਰੇ ਫਰੂਟਸ ਖਾ ਸਕਦੇ ਹੋ। ਜਿਹਨੂੰ ਸ਼ੂਗਰ ਦਾ ਪੇਸ਼ੈਂਟ ਹੈ ਉਹ ਸ਼ੂਗਰ ਜ਼ਰੂਰ ਚੈੱਕ ਕਰੇ, ਹਰ ਰੋਜ਼ ਚੈੱਕ ਕਰੇ। ਚੈੱਕ ਕਰਕੇ ਤੁਸੀਂ ਬੇਫਿਕਰ ਹੋ ਜਾਓਗੇ, ਤੁਹਾਡੀ ਸ਼ੂਗਰ ਠੀਕ ਆ ਰਹੀ ਹੈ, ਤੁਸੀਂ ਨਾਰਮਲ ਡਾਈਟ ਲੈ ਸਕਦੇ ਹੋ। ਹਾਂ, ਜੇ ਤੁਹਾਨੂੰ ਸ਼ੂਗਰ ਤੁਹਾਡੀ ਹਾਈ ਆ ਰਹੀ ਹੈ
ਤਾਂ ਤੁਹਾਨੂੰ ਉਹ ਵੀ ਪਤਾ ਹੈ ਕਿ ਹੁਣ ਮੈਂ ਸ਼ੂਗਰ ਦੀ ਦਵਾਈ ਖਾਣੀ ਹੈ, ਜ਼ਿਆਦਾ ਆ ਰਹੀ ਹੈ ਤਾਂ ਤੁਸੀਂ ਡਾਕਟਰ ਕੋਲੋਂ ਪੁੱਛ ਕੇ ਕਿੰਨੀ ਸ਼ੂਗਰ ਦੀ ਮੈਡੀਸਿਨ ਤੇ ਸੈਟਿੰਗ ਕਰਨੀ ਹੈ ਉਹਨੂੰ ਕਰੋ ਔਰ ਚੈੱਕ ਕਰੋ। ਚੈੱਕ ਕਰਨ ਦੇ ਵਿੱਚ ਤੁਹਾਨੂੰ ਤੁਹਾਡੀ ਵਧੀਆ ਹੋ ਜੂਗੀ ਕਿ ਤੁਹਾਨੂੰ ਚੈੱਕ ਕਰਨ ਨਾਲ ਪਤਾ ਲੱਗੂਗਾ ਕਿ ਤੁਸੀਂ ਕਿੰਨੀ ਮੈਡੀਸਿਨ ਲੈਣੀ ਹੈ ਔਰ ਕਿੰਨਾ ਪਰਹੇਜ਼ ਕਰਨਾ ਹੈ। ਡਾਈਟ ਆਪਾਂ ਪ੍ਰੋਟੀਨ ਰਿਚ ਡਾਈਟ ਜਿੰਨੀ ਤੁਹਾਡੀ ਬਾਡੀ ਟੋਲਰੇਟ ਕਰੇ ਆਪਾਂ ਲੈ ਸਕਦੇ ਹਾਂ, ਕੋਈ ਸਪੈਸੀਫਿਕ ਡਾਈਟ ਨਹੀਂ ਹੈ। ਆਪਾਂ ਠੀਕ ਹੈ ਤਲਿਆ ਹੋਇਆ, ਸਮੋਕਿੰਗ, ਐਲਕੋਹਲ ਇਹ ਸਭ ਕੁਝ ਦਾ ਇਸਤੇਮਾਲ ਨਹੀਂ ਕਰਨਾ ਹੈ। ਜਿੰਨੀ ਆਪਣੀ ਨੋਰਮਲ ਫੁਲਕਾ, ਦਾਲ, ਸਬਜ਼ੀ, ਫਰੂਟਸ, ਪ੍ਰੋਟੀਨਸ, ਪਨੀਰ, ਸੋਇਆਬੀਨ, ਐਗ, ਕੋਈ ਮੀਟ ਖਾਣਾ ਚਾਹੁੰਦਾ, ਕੋਈ ਫਿਸ਼ ਖਾਣਾ ਚਾਹੁੰਦਾ, ਸਭ ਲੈ ਸਕਦੇ ਨੇ। ਸੋ ਫਰਾਈਡ ਔਰ ਇੱਕਦਮ ਠੰਡੀ ਚੀਜ਼ਾਂ ਨੂੰ ਅਵੋਇਡ ਕਰੀਏ। ਫਾਸਟ ਫੂਡ ਬਿਲਕੁਲ ਨਹੀਂ ਲੈਣਾ ਹੈ ਔਰ ਠੰਡੀਆਂ ਚੀਜ਼ਾਂ ਕਿ ਆਈਸਕ੍ਰੀਮ ਹੋ ਗਈ ਜਾਂ ਜਿਹਦੀ ਤਾਸੀਰ ਬਹੁਤ ਜ਼ਿਆਦਾ ਠੰਡੀ ਹੈ ਉਹਨੂੰ ਆਪਾਂ ਅਵੋਇਡ ਕਰੀਏ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਪੋਸਟ ਕੋਵਿਡ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਬਹੁਤ ਲੋਕ ਆ ਕੇ ਕਹਿੰਦੇ ਕਿ ਸਾਹ ਚੜ੍ਹਦਾ, ਸੋ ਉਹਨਾਂ ਨੂੰ ਚੜ੍ਹਦਾ ਕਿਉਂਕਿ ਫੇਫੜਿਆਂ 'ਚ ਫੁੱਲ ਰਿਕਵਰੀ ਨਹੀਂ ਹੋਈ। ਇੱਕ ਕੰਡੀਸ਼ਨ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਪਲਮਨਰੀ ਫਾਈਬਰੋਸਿਸ। ਪਲਮਨਰੀ ਫਾਈਬਰੋਸਿਸ ਹੋਣ ਕਰਕੇ ਫੇਫੜੇ ਜਿਹੜੇ ਤੁਹਾਡੇ ਨੇ ਹਾਲੇ ਪੂਰੇ ਖੁੱਲ੍ਹੇ ਨਹੀਂ ਹੈ, ਉਹ ਟਾਈਮ ਲੈ ਰਹੇ ਨੇ। ਔਰ ਇਹਦੀ ਪਲਮਨਰੀ ਫਾਈਬਰੋਸਿਸ ਦਾ ਵੀ ਟ੍ਰੀਟਮੈਂਟ ਹੈ। ਅਸੀਂ ਜਿਹੜੇ ਪੇਸ਼ੈਂਟਸ ਜਦੋਂ ਪੇਸ਼ੈਂਟ ਨੂੰ ਛੁੱਟੀ ਕਰ ਰਹੇ ਹਾਂ ਔਰ ਜਦੋਂ ਅਸੀਂ ਦੇਖ ਰਹੇ ਹਾਂ ਦੁਬਾਰਾ ਅਸੀਂ 1.5 ਮਹੀਨੇ ਬਾਅਦ ਆ ਕੇ ਉਹਨਾਂ ਦੇ ਅਸੀਂ CT ਸਕੈਨ ਵੀ ਦੁਬਾਰਾ ਕਰਕੇ ਦੇਖ ਰਹੇ ਹਾਂ ਕਿ ਪਲਮਨਰੀ ਫਾਈਬਰੋਸਿਸ ਹੋਰ ਹੁੰਦਾ ਹੈ ਪੇਸ਼ੈਂਟਸ ਨੂੰ। ਸੋ ਇਹਦਾ ਵੀ ਟ੍ਰੀਟਮੈਂਟ ਅਸੀਂ ਕਰਦੇ ਹਾਂ। ਗੁੱਡ ਮੈਡੀਕੇਸ਼ਨਸ ਅਵੇਲੇਬਲ ਹੈ ਕਿ ਇਹਦੇ ਨਾਲ ਅਸੀਂ ਪਲਮਨਰੀ ਫਾਈਬਰੋਸਿਸ ਤੋਂ ਪੇਸ਼ੈਂਟਸ ਨੂੰ ਬਚਾ ਸਕੀਏ। ਕਿਉਂਕਿ ਬਹੁਤ ਸਾਰੇ ਪੇਸ਼ੈਂਟਸ ਐਸੇ ਵੀ ਹੋਏ ਨੇ ਜਿਹੜੇ ਕੋਵਿਡ ਤੋਂ ਜਿਹੜੇ ਬਹੁਤ ਦੇਰ ਵੈਂਟੀਲੇਟਰਸ 'ਤੇ ਰਹੇ, ਜਿਨ੍ਹਾਂ ਦੀਆਂ ਐਕਮੋ ਦੀ ਵਿਧੀ ਵੀ ਹੋਈ ਔਰ ਐਸੇ ਪੇਸ਼ੈਂਟਸ ਵੀ ਨੇ ਜਿਨ੍ਹਾਂ ਨੂੰ 에ਅਰ ਫਲਾਈ ਕਰਕੇ ਉਹਨਾਂ ਨੇ ਬੈਂਗਲੌਰ ਜਾਂ ਉਹਨਾਂ ਨੇ ਮਦਰਾਸ ਉਹਨਾਂ ਦੀ ਲੰਗ ਟ੍ਰਾਂਸਪਲਾਂਟੇਸ਼ਨ ਵੀ ਕਰਨ ਦੇ ਵਿੱਚ ਸਕਸੈਸਫੁਲ ਹੋਏ, ਜਾਂ ਕਈ ਉੱਥੇ ਤੱਕ ਪਹੁੰਚੇ ਨਹੀਂ ਜਾਂ ਟਰਾਂਸਪੋਰਟੇਸ਼ਨ 'ਚ ਨਹੀਂ ਬਚੇ। ਕਿਉਂਕਿ ਪਲਮਨਰੀ ਫਾਈਬਰੋਸਿਸ ਦਾ ਮਤਲਬ ਹੈ ਕਿ ਉਹ ਫੇਫੜੇ ਕੋਵਿਡ ਨੇ ਪੂਰੀ ਤਰ੍ਹਾਂ ਜਕੜ ਲਏ ਨੇ, ਉਹ ਖੁੱਲ੍ਹੇ ਨਹੀਂ ਰਹੇ। ਪਰ ਜਿਨ੍ਹਾਂ ਦੇ ਬਹੁਤ ਜ਼ਿਆਦਾ ਐਕਸਟੈਂਟ ਹੈ ਉਹ ਤਾਂ ਇਹ ਜਿੱਥੇ ਮੈਂ ਤੁਹਾਨੂੰ ਦੱਸਿਆ ਕਿ ਲੰਗ ਟ੍ਰਾਂਸਪਲਾਂਟੇਸ਼ਨ ਦਾ ਜ਼ਿਕਰ ਆਇਆ, ਪਰ ਬਹੁਤ ਸਾਰੇ ਪੇਸ਼ੈਂਟਸ ਦੇ 1/4 ਫੇਫੜੇ ਜਕੜੇ ਹੋਏ ਨੇ। ਸੋ ਉਹਨਾਂ ਨੂੰ ਮੈਡੀਸਨਸ ਨੇ, ਅਸੀਂ ਉਹਨਾਂ ਨੂੰ ਦਵਾਈਆਂ ਦਿੰਦੇ ਹਾਂ, ਉਹਦੇ ਨਾਲ ਹੌਲੀ ਹੌਲੀ ਰਿਕਵਰੀ ਪੋਸੀਬਲ ਹੁੰਦੀ ਹੈ। ਫਿਰ ਅਸੀਂ ਉਹਨਾਂ ਨੂੰ ਸਟੀਰੋਇਡਸ ਨੈਬੂਲਾਈਜੇਸ਼ਨ ਜਾਂ ਸਟੀਰੋਇਡਸ ਅਸੀਂ ਉਹਨਾਂ ਨੂੰ ਇਨਹੇਲਰ ਦੇ ਰੂਪ 'ਚ ਵੀ ਦਿੰਦੇ ਹਾਂ, ਉਹਦੇ ਨਾਲ ਵੀ ਉਹਨਾਂ ਨੂੰ ਸਾਹ ਨੂੰ ਬਹੁਤ ਫਾਇਦਾ ਹੁੰਦਾ। ਕਿਉਂਕਿ ਇਹ ਬਲੱਡ ਦੀ ਵੀ ਬਿਮਾਰੀ ਹੈ। ਕੋਵਿਡ ਦੇ ਵਿੱਚ ਮੈਂ ਅਕਸਰ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਕੋਵਿਡ ਦੇ ਵਿੱਚ ਬਲੱਡ ਦੇ ਵਿੱਚ ਵੀ ਕਲੌਟਸ ਬਣਨ ਲੱਗ ਜਾਂਦੇ ਨੇ। ਸੋ ਇਹ ਜਿਹੜੇ ਕਲੌਟਸ ਨੇ ਇਹ ਸਡਨਲੀ ਹਾਰਟ 'ਚ ਜਾ ਕੇ ਸਡਨਲੀ ਕਾਰਡੀਅਕ ਡੈਥ ਹੋ ਜਾਂਦੀ ਹੈ, ਸਡਨ ਹਾਰਟ ਅਟੈਕ ਹੋ ਜਾਂਦੇ ਆ ਇਹਦੇ ਨਾਲ, ਔਰ ਉਹਦੇ ਨਾਲ ਮਤਲਬ ਕਾਰਡੀਅਕ ਅਰੈਸਟ ਵੀ ਸਡਨਲੀ ਹੋ ਜਾਂਦੇ ਆ। ਸੋ ਜਿਹੜੇ ਪੋਸਟ ਕੋਵਿਡ ਵੀ ਪੇਸ਼ੈਂਟ ਸਾਡੇ ਕੋਲ ਠੀਕ ਹੋ ਕੇ ਵੀ ਆਉਂਦੇ ਨੇ, ਅਸੀਂ ਉਹਨਾਂ ਦੇ ਟੈਸਟ ਵੀ ਰੈਗੂਲਰਲੀ ਕਰਦੇ ਹਾਂ। ਫਿਰ ਅਸੀਂ ਉਹਦੇ ਮੁਤਾਬਕ ਜਿੰਨੀ ਕੁ ਬਲੱਡ ਦੇ ਵਿੱਚ ਕਲੌਟ ਕੋਈ ਆ ਰਿਹਾ ਹੁੰਦਾ ਤਾਂ ਉਹਦੇ ਵਿੱਚ ਵੀ ਅਸੀਂ ਉਹਨਾਂ ਦਾ ਟੈਸਟ ਕਰਕੇ ਉਹਨੂੰ ਮੈਡੀਸਨਸ ਦੇ ਵਿੱਚ ਆਪਾਂ ਰੱਖ ਰਹੇ ਹਾਂ। ਸੋ ਪੋਸਟ ਕੋਵਿਡ ਵੀ ਅਸੀਂ ਜਿਹੜੇ ਤਾਂ ਮਾਈਲਡ ਸੀਗੇ ਉਹਨਾਂ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਪੈ ਰਹੀ। ਪੇਸ਼ੈਂਟ ਠੀਕ ਹੈ, ਉਹਦੇ ਟੈਸਟ ਠੀਕ ਨੇ, ਦੇ ਆਰ ਵੈਰੀ ਗੁੱਡ। ਮਾਈਲਡ ਡਿਜ਼ੀਜ਼ਸ ਵਾਲੇ ਉਹਨਾਂ ਨੂੰ ਰਿਕਵਰੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਉਹਨਾਂ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਪੈ ਰਹੀ, ਦੈਟਸ ਵੈਰੀ ਗੁੱਡ। ਪਰ ਜਿਹੜੇ ਮੋਡਰੇਟ ਟੂ ਸੀਵੀਅਰ ਕੇਸਿਸ ਸੀਗੇ ਜਿਨ੍ਹਾਂ ਨੂੰ ਇਹ ਸਿੰਪਟਮਸ ਨੇ ਕਿ ਪੇਸ਼ੈਂਟ ਨੂੰ ਕਦੇ ਤੁਰਨ ਨਾਲ ਸਾਹ ਚੜ੍ਹਦਾ ਹੈ, ਕਦੇ ਕਦੇ ਬੁਖਾਰ ਹੋ ਜਾਂਦਾ ਹੈ, ਖਾਂਸੀ ਆਉਂਦੀ ਹੈ, ਜਾਂ ਉਹਨੂੰ ਕੋਈ ਹਾਰਟ ਦੇ ਵਿੱਚ ਸਿੰਪਟਮਸ ਆਏ ਨੇ, ਸੋ ਐਸੇ ਪੇਸ਼ੈਂਟਸ ਸਾਡੇ ਕੋਲ ਮੋਡਰੇਟ ਟੂ ਸੀਵੀਅਰ ਜਿਹੜੇ ਵੈਂਟੀਲੇਟਰ ਤੋਂ ਉਤਰ ਕੇ ਗਏ ਨੇ ਪੇਸ਼ੈਂਟਸ, ਉਹਨਾਂ ਦੀ ਰਿਕਵਰੀ ਨੂੰ ਟਾਈਮ ਲੱਗ ਰਿਹਾ। ਸੋ ਇਹੀ ਹੈ ਕਿ ਆਪਾਂ ਹੌਲੀ ਇਸ ਫੇਜ਼ 'ਚੋਂ ਵੀ ਨਿਕਲ ਜਾਣਾ। ਆਪਾਂ ਮੋਡਰੇਟ ਜਿਹੜੀ ਡਿਜ਼ੀਜ਼ ਸੀ ਉਹਦਾ ਵੀ ਖਿਆਲ ਰੱਖਣਾ, ਡਾਈਟ ਦਾ ਵੀ ਖਿਆਲ ਰੱਖਣਾ। ਜਿਹੜੇ ਸਿੰਪਟਮਸ ਮੈਂ ਤੁਹਾਨੂੰ ਦੱਸੇ ਕਿ ਪਲਮਨਰੀ ਫਾਈਬਰੋਸਿਸ ਵਗੈਰਾ, ਇਹਨਾਂ ਦੀ ਵੀ ਦਵਾਈ ਪੇਸ਼ੈਂਟ ਲੈਂਦੇ ਨੇ ਔਰ ਹੌਲੀ ਬਹੁਤ ਰਿਕਵਰ ਹੋਏ ਨੇ ਪੇਸ਼ੈਂਟਸ। ਬਹੁਤ ਸਾਰੇ ਪੇਸ਼ੈਂਟਸ ਐਸੇ ਸੀ ਜਿਨ੍ਹਾਂ ਦਾ ਕੋਵਿਡ ਦੇ ਨਾਲ ਫੇਫੜੇ ਫਟੇ ਸੀਗੇ, ਜਿਨ੍ਹਾਂ ਨੂੰ ਅਸੀਂ ਨਿਊਮੋਥੋਰੈਕਸ ਕਹਿੰਦੇ ਹਾਂ। ਉਹਨਾਂ ਦੀ ਉਸ ਵੇਲੇ ਨਿਊਮੋਥੋਰੈਕਸ ਦੇ ਨਾਲ ਆਪਰੇਸ਼ਨ ਵੀ ਹੋਏ ਸੀ ਨਿਊਮੋਥੋਰੈਕਸ ਦੇ, ਔਰ ਉਹਨਾਂ ਨੂੰ ਵੀ ਰਿਕਵਰੀ ਲਈ ਜਿਨ੍ਹਾਂ ਨੂੰ ਅਸੀਂ ਘਰੇ ਡੋਮਿਸਿਲਰੀ ਆਕਸੀਜਨਸ ਵੀ ਦਿੱਤੀਆਂ ਕਿ ਘਰੇ ਜਾ ਕੇ ਵੀ ਤੁਸੀਂ ਥੋੜ੍ਹੀ ਦੇਰ ਆਕਸੀਜਨ ਲਗਾਓ
ਕਿਉਂਕਿ ਉਹਨਾਂ ਦੀ ਆਕਸੀਜਨ ਪੂਰੀ ਨਹੀਂ ਪੈ ਰਹੀ ਸੀ। ਹੁਣ ਉਹ ਠੀਕ ਹੋ ਰਹੇ ਨੇ ਹੌਲੀ ਹੌਲੀ। ਔਰ ਇਹ ਹੈ ਕਿ ਕਾਹਲੇ ਨਹੀਂ ਪੈਣਾ। ਆਪਣੇ ਮਨ ਦੀ ਪ੍ਰਵਿਰਤੀ ਹੈ ਕਿ ਜਲਦੀ ਹੋ ਜਾਏ, ਜਲਦੀ ਹੋ ਜਾਏ। ਆਪਾਂ ਆਪਣੇ ਮਨ ਨੂੰ ਸ਼ਾਂਤੀ 'ਚ ਰੱਖਣਾ। ਆਪਾਂ ਸਟੈਪ ਬਾਏ ਸਟੈਪ ਠੀਕ ਹੋਣਾ ਹੈ। ਮੋਡਰੇਟ ਔਰ ਸੀਵੀਅਰ ਜਿਹਨੂੰ ਸਿੰਪਟਮ ਸੀਗੇ ਉਹਨਾਂ ਨੂੰ ਜ਼ਿਆਦਾ ਟਾਈਮ ਲੱਗ ਰਿਹਾ ਠੀਕ ਹੋਣ ਨੂੰ। ਉਹ ਪੇਸ਼ੈਂਟਸ ਆ ਰਹੇ ਨੇ ਔਰ ਆਪਣੀ ਤਕਲੀਫਾਂ ਦੱਸ ਵੀ ਰਹੇ ਨੇ, ਔਰ ਅਸੀਂ ਉਹਨਾਂ ਨੂੰ ਉਸ ਦਾ ਜਿਹੜਾ ਜ਼ਾਜ਼ਬ ਇਲਾਜ ਹੈ ਉਹ ਉਹਨਾਂ ਦਾ ਕਰ ਰਹੇ ਹਾਂ, ਔਰ ਉਹਨਾਂ ਨੂੰ ਬਹੁਤ ਇੰਪਰੂਵਮੈਂਟ ਹੋ ਰਹੀ ਹੈ। ਸੋ ਇਹਦੇ ਵਿੱਚ ਮੇਨ ਇਹੀ ਹੈ ਕਿ ਆਪਣੀ ਮੈਂਟਲ ਹੈਲਥ ਜਿਹੜੀ ਹੈ ਉਹਨੂੰ ਸ਼ਾਂਤੀ 'ਚ ਜ਼ਰੂਰ ਰੱਖੋ। ਘਬਰਾਹਟ ਪਾਉਣ ਦੇ ਨਾਲ ਪੇਸ਼ੈਂਟਸ ਨੂੰ ਆਪਾਂ ਘਬਰਾ ਹੀ ਲਈਏ ਨਾ, ਉਹਦੇ ਨਾਲ ਹੀ ਸਾਹ ਚੜ੍ਹ ਜਾਂਦਾ। ਜੀ ਕੋਈ ਗੱਲ ਹੋ ਗਈ, ਜੀ ਉਹਨੇ ਕੋਈ ਗੱਲ ਇੱਦਾਂ ਕਰ ਲਈ, ਉਹ ਉੱਚੀ ਬੋਲ ਲਿਆ, ਉਹਦੇ ਨਾਲ ਹੀ ਘਬਰਾ ਕੇ ਉਹਨੂੰ ਸਾਹ ਚੜ੍ਹ ਗਿਆ। ਸੋ ਆਪਾਂ ਉਸ ਚੀਜ਼ ਨੂੰ ਆਪਸੀ ਰਿਲੇਸ਼ਨਸ ਦੇ ਵਿੱਚ ਘਬਰਾਈਏ ਨਾ। ਪ੍ਰੋਬਲਮਸ ਜੋ ਹੈ ਉਹਨੂੰ ਆਪਾਂ ਸੋਲਿਊਸ਼ਨ ਲੱਭਣਾ ਉਹਦਾ। ਤੇ ਹੁਣ ਰਿਕਵਰੀ ਟਾਈਮ ਹੈ, ਸਭ ਦਾ ਰਿਕਵਰੀ ਟਾਈਮ ਹੈ, ਹਰੇਕ ਦਾ। ਸੋ ਇਸ ਰਿਕਵਰੀ ਟਾਈਮ ਨੂੰ ਬਹੁਤ ਅੱਛਾ ਯੂਟਿਲਾਈਜ਼ ਕਰੋ, ਪੋਜ਼ਿਟਿਵਲੀ ਯੂਟਿਲਾਈਜ਼ ਕਰੋ। ਆਪਣੇ ਮਾਈਂਡ ਤੇ ਕੋਈ ਟੈਨਸ਼ਨ ਨਾ ਲਿਆਓ। ਕੋਈ ਟੈਨਸ਼ਨ ਦੀ ਵਜ੍ਹਾ ਹੈ ਨਹੀਂ, ਪਰ ਤੁਹਾਡੀ ਟੈਨਸ਼ਨ ਕਰਨ ਦੇ ਨਾਲ ਕੋਈ ਪ੍ਰੋਬਲਮ ਹੱਲ ਹੋਣੀ ਨਹੀਂ ਹੈ। ਸੋ ਕੋਈ ਪ੍ਰੋਬਲਮ ਹੈ ਉਹਨੂੰ ਐਕਸੈਪਟ ਕਰੋ ਕਿ ਪ੍ਰੋਬਲਮ ਹੈ, ਇਹਦਾ ਆਪਾਂ ਇਲਾਜ ਕਰਨਾ। ਔਰ ਬਾਕੀ ਦੀ ਜੋ ਵੀ ਤੁਸੀਂ ਸੋਚਦੇ ਹੋ ਕਿ ਮੈਨੂੰ ਟੈਨਸ਼ਨ ਆ ਰਹੀ ਹੈ, ਮੈਨੂੰ ਸਟ੍ਰੈਸ ਹੋ ਰਿਹਾ, ਤੁਸੀਂ ਸੋਚੋ ਕਿ ਮੈਨੂੰ ਕੀ ਫੈਕਟਰ ਮੈਨੂੰ ਟੈਨਸ਼ਨ ਦੇ ਰਹੇ ਨੇ। ਕੀ ਇਹ ਫੈਕਟਰ ਸੀ ਕਿ ਮੇਰੇ ਕੋਲ ਜਲਦੀ ਕੰਮ ਨਹੀਂ ਮੁੱਕਿਆ ਸਵੇਰੇ, ਉਹਨੂੰ ਆਪਾਂ ਸਲੋ ਕਰ ਲਈਏ। ਕੀ ਇਹ ਟੈਨਸ਼ਨ ਸੀਗਾ ਕਿ ਮੈਨੂੰ ਕਾਹਲੀ ਸੀ ਕੰਮ ਤੇ ਜਾਣ ਦੀ, ਮੈਨੂੰ ਉੱਥੇ ਜਲਦੀ ਕੰਮ ਨਹੀਂ ਹੋ ਪਾਇਆ। ਡਜ਼ਨਟ ਮੈਟਰ, ਬੀ ਸਲੋ। ਆਪਣੇ ਆਪ ਨੂੰ ਵਕਤ ਦਿਓ। ਆਪਣੇ ਵਿਚਾਰ ਨੂੰ ਪੋਜ਼ਿਟਿਵ ਕਰਨ ਲਈ ਵਕਤ ਦਿਓ। ਤੁਸੀਂ ਇਸ ਤਰ੍ਹਾਂ ਦਾ ਵਕਤ ਦਿਓਗੇ ਤਾਂ ਦੂਸਰੇ ਦਾ ਵੀ ਵਿਚਾਰ ਸ਼ਾਂਤੀ 'ਚ ਜਾਊਗਾ। ਇਹ ਬੜਾ ਜ਼ਰੂਰੀ ਹੈ। ਇਹ ਪੰਜਾਬੀਆਂ ਦੇ ਵਿੱਚ ਖਾਸ ਹੈ ਕਿ ਪੰਜਾਬੀ ਦੂਸਰੇ ਨੂੰ ਵੀ ਬੜੀ ਟੈਨਸ਼ਨ ਦਿੰਦਾ। ਉਹਨੂੰ ਧੱਕਾ ਮਾਰਨ ਦੀ ਵੀ ਬੜੀ ਆਦਤ ਹੈ, ਕੋਲੋਂ ਲੰਘ ਕੇ ਧੱਕਾ ਮਾਰ ਕੇ। ਮੈਂ ਅਕਸਰ ਐਗਜ਼ਾਮਪਲ ਦਿੰਦੀ ਹਾਂ ਕਿ ਦੇਖੋ ਜ਼ੁਬਾਨ ਦਾ ਬਹੁਤ ਫਰਕ ਹੁੰਦਾ। ਆਪਾਂ ਇਹ ਕੋਲੇ ਦੇ ਕਿਸੇ ਦੇ ਕੋਲੋਂ ਦੀ ਧੱਕਾ ਮਾਰ ਕੇ ਲੰਘਾਂਗੇ ਤਾਂ ਉਹ ਕਹਿੰਦਾ ਕਿ ਮੈਂ ਕਿਉਂ ਕਰਾਂ, ਮੈਂ ਨਹੀਂ ਮੰਨਦਾ। ਆਪਾਂ ਕਿਸੇ ਨੂੰ ਸਲੋ ਕਰੀਏ ਕਿ ਜੀ ਪਹਿਲਾਂ ਤੁਸੀਂ, ਉਹਨੇ 'ਚ ਦੂਸਰੇ ਦਾ ਵੀ ਰਿਸਪੌਂਸ ਹੁੰਦਾ ਕਿ ਨਹੀਂ ਜੀ ਕੋਈ ਗੱਲ ਨਹੀਂ, ਪਹਿਲਾਂ ਤੁਸੀਂ। ਸੋ ਇਹ ਜਿਹੜੀ ਆਪਣਾ ਗੱਲ ਕਰਨ ਦਾ ਅੰਦਾਜ਼ ਹੈ, ਇਹ ਗੱਲ ਕਰਨ ਦਾ ਵੀ ਆਪਣਾ ਅੰਦਾਜ਼ ਜਿਹੜਾ ਹੈ ਆਪਾਂ ਮਿੱਠਾ ਕਰ ਲਈਏ, ਉਹਦੇ ਨਾਲ ਸਭ ਦੀ ਮੈਂਟਲ ਹੈਲਥ ਜਿਹੜੀ ਹੈ ਉਹ ਬਹੁਤ ਬੈਟਰ ਹੋ ਜੂਗੀ। ਉਹਦੇ ਨਾਲ ਇੱਕ ਬੰਦਾ ਮਿੱਠਾ ਬੋਲਦਾ, ਦੂਸਰਾ ਉਹਨੂੰ ਕੌੜਾ ਬੋਲ ਨਹੀਂ ਸਕਦਾ। ਸੋ ਇਹ ਬੜਾ ਜ਼ਰੂਰੀ ਹੈ। ਆਪਾਂ ਆਪਣੀ ਗੱਲ ਤਾਂ ਰੱਖਣੀ ਹੁੰਦੀ ਹੈ, ਉਹਨੂੰ ਮਿੱਠੀ ਤੌਰ 'ਤੇ ਇਸ ਤਰ੍ਹਾਂ ਗੱਲ ਰੱਖੀਏ ਕਿ ਜਿਹੜਾ ਦੂਸਰਾ ਹੈ ਆਪਣੀ ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੀਏ। ਇਸੇ ਤਰ੍ਹਾਂ ਆਪਾਂ ਆਪਣੀ ਮੈਂਟਲ ਹੈਲਥ ਠੀਕ ਰੱਖਣੀ ਹੈ। ਔਰ ਦਿਸ ਇਜ਼ ਨਾਓ ਗੁੱਡ ਟਾਈਮ, ਵੇਵ ਰਿਸੈਸ਼ਨ ਦੇ ਵਿੱਚ ਹੈ। ਇਹ ਟਾਈਮ ਆਪਾਂ ਨੂੰ ਰਿਕਵਰੀ ਟਾਈਮ ਹੈ ਆਪਣਾ, ਔਰ ਪ੍ਰੀ ਪ੍ਰੈਪਰੇਸ਼ਨ ਟਾਈਮ ਹੈ। ਸੋ ਇਹਨੂੰ ਆਪਾਂ ਰਿਕਵਰੀ ਟਾਈਮ ਲਈ ਯੂਜ਼ ਕਰੀਏ, ਇਹਨੂੰ ਆਪਣੀ ਹੈਲਥ ਲਈ ਯੂਜ਼ ਕਰੀਏ, ਸਲੋ ਚੱਲੀਏ, ਬੈਲੈਂਸ ਕਰੀਏ, ਔਰ ਆਪਾਂ ਰਿਕਵਰ ਹੋਈਏ ਬਿਮਾਰੀ 'ਚੋਂ, ਮੈਂਟਲ ਹੈਲਥ ਤੋਂ, ਡਰ ਔਰ ਡਰਾਮਾ। ਆ ਚੈੱਕ ਕਰ ਲਿਆ ਫਟਾਫਟ, ਗੂਗਲ ਚੈੱਕ ਕਰ ਲਿਆ, ਉਹ ਕਰ ਲਿਆ, ਲੋੜ ਨਹੀਂ ਹੈ ਉਹਦੀ। ਤੁਸੀਂ ਆਪਣਾ ਸ਼ਾਂਤ ਰਹੋ, ਆਪਣੇ ਆਪ ਨੂੰ। ਜਿਹੜਾ ਕੋਈ ਤੁਹਾਨੂੰ ਇਸ਼ੂਜ਼ ਨੇ ਉਹਨੂੰ ਆ ਕੇ ਤੁਸੀਂ ਡਿਸਕਸ ਕਰ ਸਕਦੇ ਹੋ। ਡਾਕਟਰਸ ਤੁਹਾਡੀ ਹੈਲਪ ਲਈ ਹਮੇਸ਼ਾ ਹਰ ਸਾਹ ਨਾਲ ਹਾਜ਼ਰ ਨੇ। ਸੋ ਆਈ ਥਿੰਕ ਕੁਝ ਹੋਰ ਪੁੱਛਣਾ ਚਾਹੋ? ਡਾਕਟਰ ਸਾਹਿਬ, ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਜਾਂਦੇ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ ਕਿ ਫਲਾਈਂਗ ਮਿਲਖਾ ਸਿੰਘ ਜਿਹੜੇ ਅੱਜ ਬੜਾ ਦੁਖਾਵਾਂ ਦਿਨ ਹੈ, ਕਿਉਂਕਿ ਅਸੀਂ ਅੱਜ ਮਿਲਖਾ ਸਿੰਘ ਨੂੰ ਲੂਜ਼ ਕੀਤਾ। ਮਿਲਖਾ ਸਿੰਘ ਨੂੰ ਅਸੀਂ ਸਾਰੇ ਜਾਣਦੇ ਹਾਂ। ਮੈਂ ਕਿਉਂਕਿ ਦਿਆਨੰਦ ਮੈਡੀਕਲ ਕਾਲਜ ਤੋਂ ਪੜ੍ਹੀ ਹਾਂ, ਸਾਨੂੰ ਉਹਨਾਂ ਨੇ ਸਪੋਰਟਸ ਡੇ 'ਤੇ ਆ ਕੇ ਅਸੀਂ ਉਹਨਾਂ ਦੇ ਹੱਥੋਂ ਪ੍ਰਾਈਜ਼ ਲਏ ਨੇ। ਔਰ ਉਹ ਬਹੁਤ ਗੋਲਫਰ ਸੀ, ਔਰ ਗੋਲਫ ਖੇਲਣ ਤੋਂ ਪਹਿਲਾਂ ਉਹ ਗੋਲਫ ਗਰਾਊਂਡ ਦੇ ਵਿੱਚ 91 ਇਅਰਸ 'ਤੇ ਵੀ ਉਹ ਚੱਕਰ ਲਗਾਉਂਦੇ ਸੀਗੇ। ਔਰ ਤੁਸੀਂ ਦੇਖੋ ਇੰਨੇ ਜ਼ਿਆਦਾ ਫਿਟਨੈਸ ਫਰੀਕ ਵੀ, ਉਹ ਵੀ ਆਪਾਂ ਕਹੀਏ ਕਿ ਕੋਵਿਡ ਤੋਂ ਹਾਰ ਗਿਆ। ਉਹ ਸਾਡੇ ਲਈ ਅੱਜ ਇਹ ਬਹੁਤ ਹੀ ਦੁਖਦਾਵਾ ਜਿਹਾ ਦਿਨ ਹੈ। ਬਿਮਾਰੀ ਔਰ ਡੈਥ ਦੇ ਅੱਗੇ ਕਿਸੇ ਦੀ ਪੇਸ਼ ਨਹੀਂ ਚੱਲਦੀ, ਇਹ ਜ਼ਰੂਰ ਹੈ। ਪਰ ਹਾਂ, ਉਹ ਸਾਨੂੰ ਇਹ ਜਿਹੜਾ ਵੱਡਾ ਬਹੁਤ ਮੈਸੇਜ ਦੇ ਕੇ ਗਏ ਨੇ ਫਿਟਨੈਸ ਦਾ,
ਇਹ ਅਸੀਂ ਉਹਨਾਂ ਤੋਂ ਉਹਨਾਂ ਦੀ ਰਾਹ 'ਤੇ ਜ਼ਰੂਰ ਚੱਲਣਾ। ਇਹ ਬਿਮਾਰੀ ਪੈਂਡੈਮਿਕ ਔਰ ਡੈਥ ਤੇ ਇਹਦਾ ਤੇ ਕਿਸੇ ਦਾ ਵਾਹ ਨਹੀਂ ਚੱਲਦਾ। ਔਰ ਉਹ ਹਾਲਾਂਕਿ ਉਹ ਇੰਨੇ ਫਿਟ ਸੀ, ਫਿਰ ਵੀ ਦੇਖੋ ਬਿਮਾਰੀ ਦੇ ਅੱਗੇ ਉਹ 90 ਇਅਰਸ ਦੇ ਮੈਂ ਉਹਨਾਂ ਨੂੰ ਥੋੜ੍ਹੇ ਦੇਰ ਪਹਿਲਾਂ ਮੈਂ ਚੰਡੀਗੜ੍ਹ ਗੋਲਫ ਗਰਾਊਂਡ 'ਚ ਮੈਂ ਉਹਨਾਂ ਨੂੰ ਪਰਸਨਲੀ ਮਿਲੀ ਔਰ ਵੀ ਨੋ ਇਟ ਕਿ ਉਹ ਪਹਿਲਾਂ ਗੋਲਫ ਖੇਲਣ ਤੋਂ ਪਹਿਲਾਂ ਵੀ ਉਹ ਪੂਰਾ ਰਾਊਂਡ ਲਗਾਉਂਦੇ ਸੀ ਗੋਲਫ ਗਰਾਊਂਡ ਦਾ। ਸੋ ਇਹ ਬਹੁਤ ਅੱਜ ਦਾ ਬਹੁਤ ਦੁਖਦਾਈ ਖਬਰ ਸੀ। ਕੁਝ ਦਿਨ ਪਹਿਲਾਂ ਉਹਨਾਂ ਦੀ ਵਾਈਫ ਦੀ ਡੈਥ ਹੋਈ ਔਰ ਉਸ ਤੋਂ ਬਾਅਦ ਹੀ ਉਹ ਅੱਜ ਹਾਲਾਂਕਿ ਠੀਕ ਹੋ ਕੇ ਘਰੇ ਆ ਗਏ ਸੀ। ਸੋ ਦਿਸ ਇਜ਼ ਬਿਕੋਜ਼ ਆਫ ਦੀ ਪੋਸਟ ਕੋਵਿਡ ਕੰਪਲਿਕੇਸ਼ਨਸ। ਇਹਦਾ ਪਤਾ ਨਹੀਂ ਲੱਗਦਾ ਕਿ ਇਹ ਕਿਸੇ ਵੇਲੇ ਵੀ ਹੋ ਸਕਦੀ ਹੈ। ਇਹਦੇ ਤੋਂ ਆਪਾਂ ਬਚ ਨਹੀਂ ਸਕੇ, ਮਿਲਖਾ ਸਿੰਘ ਜੀ ਵੀ ਨਹੀਂ ਬਚ ਸਕੇ। ਬਹੁਤ ਦੁੱਖ ਹੈ ਇਸ ਚੀਜ਼ ਦਾ, ਪਰ ਇਹ ਜ਼ਰੂਰ ਸਾਨੂੰ ਜੋ ਉਹ ਸਿਖਾ ਕੇ ਗਏ ਨੇ ਕਿ ਫਿਟਨੈਸ ਤਾਂ ਉਹ ਰੱਖਣ ਦਾ ਜਿਹੜਾ ਹੈ ਉਹ ਜ਼ਰੂਰ ਅਸੀਂ ਸਿੱਖਣਾ, ਸਭ ਨੇ ਉਹਨਾਂ ਤੋਂ ਸਿੱਖਣਾ। ਥੈਂਕ ਯੂ। ਥੈਂਕ ਯੂ।